यूहन्ना दी राई अंजील ਉਹਦਾ 10ਵਾਂ ਬਾਬ। ਮੈਂ ਤੁਹਾਨੂੰ ਸੱਚ-ਸੱਚ ਆਖਣਾ, ਜਿਹੜਾ ਭੇਡਾਂ ਦੇ ਵਾੜੇ ਵਿੱਚ ਬੂਹੇ ਰਾਹੀਂ ਨਹੀਂ ਵੜਦਾ ਪਰ ਕਿਸੇ ਹੋਰ ਪਾਸਿਓਂ ਟੱਪਦਾ ਆਉਂਦਾ ਏ, ਉਹ ਚੋਰ ਅਤੇ ਡਾਕੂ ਏ। ਪਰ ਜਿਹੜਾ ਬੂਹੇ ਰਾਹ ਵੜਦਾ ਏ ਉਹ ਭੇਡਾਂ ਦਾ ਅਯਾਲੀ ਏ। ਚੌਕੀਦਾਰ ਉਹਦੇ ਵਾਸਤੇ ਬੂਹਾ ਖੋਲ੍ਹਦਾ ਏ ਅਤੇ ਭੇਡਾਂ ਉਹਦੀਆਂ ਆਵਾਜ਼ ਸੁਣਦੀਆਂ ਨੇ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਲ ਲੈ ਕੇ ਸੱਦਦਾ ਏ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਏ। ਜਦ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢਦਾ ਏ ਅਤੇ ਉਹ ਉਹਨਾਂ ਦੇ ਅੱਗੇ ਲੱਗ ਟੁਰਦਾ ਏ ਅਤੇ ਭੇਡਾਂ ਉਹਦੇ ਮਗਰ ਟੁਰ ਪੈਂਦੀਆਂ ਨੇ, ਕਿਉਂ ਜੋ ਉਹ ਉਹਦੀ ਆਵਾਜ਼ ਪਛਾਣਦੀਆਂ ਨੇ ਅਤੇ ਉਹ ਓਪਰੇ ਦੇ ਮਗਰ ਨਹੀਂ ਜਾਂਗੀਆਂ, ਸਗੋਂ ਉਹਦੇ ਕੋਲੋਂ ਭੱਜਣਗੀਆਂ, ਕਿਉਂ ਜੋ ਉਹ ਓਪਰੀਆਂ ਦੀ ਆਵਾਜ਼ ਨਹੀਂ ਪਛਾਣਦੀਆਂ। ਯਿਸੂ ਇਹ ਤਮਸੀਲ ਉਹਨਾਂ ਨੂੰ ਦੱਸੀ, ਪਰ ਉਹਨਾਂ ਨਹੀਂ ਸਮਝਿਆ ਭਈ ਇਹ ਗੱਲਾਂ ਕੀ ਨੇ ਜਿਹੜੀਆਂ ਉਸ ਉਹਨਾਂ ਨੂੰ ਆਖੀਆਂ। ਸੋ ਯਿਸੂ ਉਹਨਾਂ ਨੂੰ ਫਿਰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਣਾ, ਭੇਡਾਂ ਦਾ ਬੂਹਾ ਮੈਂ ਹਾਂ। ਸਾਰੇ ਜਿੰਨੇ ਮੈਥੋਂ ਪਹਿਲਾਂ ਆਏ ਚੋਰ ਅਤੇ ਡਾਕੂ ਨੇ, ਪਰ ਭੇਡਾਂ ਉਹਨਾਂ ਦੀ ਨਹੀਂ ਸੁਣੀ। ਬੂਹਾ ਮੈਂ ਹਾਂ, ਜਿਹੜਾ ਮੇਰੀ ਰਾਹੀਂ ਵੜੇ ਉਹ ਬਚ ਜਾਏਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਖਾਣਾ ਪਾਏਗਾ। ਚੋਰ ਬਿਨਾਂ ਚੋਰੀ ਕਰਨ ਅਤੇ ਕੌਣ ਅਤੇ ਚੋਰ ਕਰਨ ਤੋਂ ਬਿਨਾਂ ਨਹੀਂ ਆਉਂਦੇ। ਮੈਂ ਇਸ ਲਈ ਆਇਆ ਭਈ ਉਹਨਾਂ ਕੋਲ ਜੀਵਨ ਹੋਵੇ ਅਤੇ ਬਹੁਤਾ ਚੋਖਾ ਹੋਵੇ, ਸਗੋਂ ਬਹੁਤਾ ਉਹਨਾਂ ਨੂੰ ਮਿਲੇ। ਚੰਗਾ ਅਯਾਲੀ ਮੈਂ ਹਾਂ। ਚੰਗਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਏ, ਪਰ ਮਜ਼ਦੂਰ ਅਤੇ ਉਹ ਜਿਹੜਾ ਅਯਾਲੀ ਨਹੀਂ ਏ ਅਤੇ ਨਾ ਭੇਡਾਂ ਉਹਦੀਆਂ ਆਪਣੀਆਂ ਨੇ, ਬਘਿਆੜ ਨੂੰ ਆਉਂਦਿਆਂ ਵੇਖ ਕੇ ਭੇਡਾਂ ਨੂੰ ਛੱਡ ਕੇ ਨੱਸ ਜਾਂਦਾ ਏ ਅਤੇ ਬਘਿਆੜ ਉਹਨਾਂ ਨੂੰ ਪਾੜਦਾ ਅਤੇ ਵਖੇਰ ਦਿੰਦਾ ਏ, ਕਿਉਂ ਜੋ ਉਹ ਮਜ਼ਦੂਰ ਉੱਤੇ ਉਹਨੂੰ ਭੇਡਾਂ ਦੀ ਪਰਵਾਹ ਨਹੀਂ। ਚੰਗਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਨੂੰ ਜਾਣਨਾ ਅਤੇ ਮੇਰੀਆਂ ਮੈਨੂੰ ਜਾਣਦੀਆਂ ਨੇ। ਜਿਵੇਂ ਬਾਪ ਮੈਨੂੰ ਜਾਣਦਾ ਅਤੇ ਮੈਂ ਬਾਪ ਨੂੰ ਜਾਣਨਾ ਅਤੇ ਭੇਡਾਂ ਲਈ ਮੈਂ ਆਪਣੀ ਜਾਨ ਦੇਣਾ। ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਵਾੜੇ ਦੀਆਂ ਨਹੀਂ, ਉਹਨਾਂ ਨੂੰ ਵੀ ਮੈਂ ਲਿਆਉਣਾ ਹੈ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਉਹ ਇੱਕ ਇੱਜੜ ਅਤੇ ਇੱਕ ਅਯਾਲੀ ਹੋ ਜਾਣਗੀਆਂ। ਬਾਪ ਮੈਨੂੰ ਇਸੇ ਗੱਲੇ ਪਿਆਰ ਕਰਦਾ ਏ ਭਈ ਮੈਂ ਆਪਣੀ ਜਾਨ ਦੇਣਾ ਤਾਂ ਜੋ ਫਿਰ ਮੈਂ ਉਹਨੂੰ ਲੈ ਲਵਾਂ। ਕੋਈ ਮੈਥੋਂ ਉਹਨੂੰ ਨਹੀਂ ਖੋਹਦਾ, ਪਰ ਮੈਂ ਉਹਨੂੰ ਆਪੇ ਹੀ ਦੇਣਾ। ਮੇਰਾ ਅਖਤਿਆਰ ਇਹ ਹੈ ਭਈ ਉਹਨੂੰ ਦੇ ਦਿਆਂ ਅਤੇ ਮੇਰਾ ਅਖਤਿਆਰ ਇਹ ਭਈ ਮੈਂ ਮੁੜ ਉਹਨੂੰ ਲੈ ਲਵਾਂ। ਇਹ ਹੁਕਮ ਮੈਨੂੰ ਆਪਣੇ ਬਾਪ ਕੋਲੋਂ ਮਿਲਿਆ ਏ। ਇਹਨਾਂ ਗੱਲਾਂ ਦੇ ਸਬਬੋਂ ਯਹੂਦੀਆਂ ਦੇ ਵਿੱਚ ਫਿਰ ਫੁੱਟ ਪਈ ਅਤੇ ਉਹਨਾਂ ਵਿੱਚੋਂ ਬਥੇਰਿਆਂ ਆਖਿਆ, ਉਹਦੇ ਵਿੱਚ ਬਦਰੂ ਏ, ਇਹ ਕਮਲਾ ਏ, ਕਿਉਂ ਉਹਦੀ ਸੁਣਦੇ ਹੋ। ਹੋਰਨਾਂ ਆਖਿਆ, ਇਹ ਉਹਦੀਆਂ ਗੱਲਾਂ ਨਹੀਂ ਜਿਹਨੂੰ ਬਦਰੂ ਚੰਬੜੀ ਹੋਏ। ਕੀ ਬਦਰੂ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹ ਸਕਦੀ ਹੈ। ਅਤੇ ਯਰੂਸ਼ਲਮ ਵਿੱਚ ਤਜਦੀਦ ਦੀ ਈਦ ਆਈ। ਉਹ ਸਿਆਲ ਦੀ ਬਹਾਰ ਸੀ ਅਤੇ ਯਿਸੂ ਹੈਕਲ ਦੀ ਸਲਮਾਨੀ ਬਰਾਂਡੇ ਵਿੱਚ ਫਿਰਦਾ ਸੀ ਅਤੇ ਯਹੂਦੀਆਂ ਘੇਰਾ ਪਾ ਕੇ ਉਹਨੂੰ ਆਖਿਆ, ਕਿੰਨਾ ਕੁ ਚਿਰ ਤੂੰ ਸਾਡੇ ਜੀਅ ਨੂੰ ਸ਼ੱਕ ਵਿੱਚ ਰੱਖਣਾ ਹੈ। ਜੇ ਤੂੰ ਮਸੀਹ ਹੈ ਤਾਂ ਸਾਨੂੰ ਸਾਫ਼ ਦੱਸ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਦੱਸਿਆ ਅਤੇ ਤੁਸੀਂ ਨਹੀਂ ਮੰਨਦੇ। ਜਿਹੜੇ ਕੰਮ ਮੈਂ ਆਪਣੇ ਬਾਪ ਦੇ ਨਾਂ ਉੱਤੇ ਕਰਨਾ ਮੇਰੇ ਗਵਾਹ ਨੇ, ਪਰ ਤੁਸੀਂ ਨਹੀਂ ਮੰਨਦੇ, ਕਿਉਂ ਜੋ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਨਾ ਅਤੇ ਉਹ ਮੇਰੇ ਮਗਰ ਟੁਰਦੀਆਂ ਨੇ ਅਤੇ ਮੈਂ
ਉਹਨਾਂ ਨੂੰ ਸੱਦਾਂ ਅਤੇ ਉਹਨਾਂ ਨੂੰ ਸਦਾ ਦੀ ਜ਼ਿੰਦਗੀ ਦੇਣਾ, ਅਤੇ ਉਹ ਕਦੀ ਹਲਾਕ ਨਾ ਹੋਣਗੀਆਂ, ਅਤੇ ਕੋਈ ਮੇਰੇ ਵੱਲੋਂ ਉਹਨਾਂ ਨੂੰ ਨਹੀਂ ਖੋਵੇਗਾ। ਮੇਰਾ ਬਾਪ ਜਿਸ ਉਹਨਾਂ ਨੂੰ ਮੈਨੂੰ ਦਿੱਤਾ ਏ ਸਾਰੀਆਂ ਨਾਲੋਂ ਵੱਡਾ ਏ, ਅਤੇ ਕੋਈ ਬਾਪ ਦੇ ਹੱਥੋਂ ਖੋ ਨਹੀਂ ਸਕਦਾ। ਮੈਂ ਅਤੇ ਬਾਪ ਇੱਕ ਹਾਂ। ਯਹੂਦੀਆਂ ਫੇਰ ਪੱਥਰ ਚੁੱਕੇ ਭਈ ਉਹਨੂੰ ਮਾਰਨ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਭਈ ਬਥੇਰੇ ਚੰਗੇ ਕੰਮ ਮੈਂ ਬਾਪ ਵੱਲੋਂ ਤੁਹਾਨੂੰ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਬਦਲੇ ਮੈਨੂੰ ਪੱਥਰ ਮਾਰਦੇ ਹੋ? ਯਹੂਦੀਆਂ ਉਹਨੂੰ ਜਵਾਬ ਦਿੱਤਾ, ਅਸੀਂ ਤੈਨੂੰ ਚੰਗੇ ਕੰਮ ਲਈ ਪੱਥਰ ਨਹੀਂ ਮਾਰਦੇ, ਪਰ ਕੁਫਰ ਲਈ, ਕਿਉਂ ਜੋ ਤੂੰ ਬੰਦਾ ਹੋ ਕੇ ਆਪਣੇ ਆਪ ਨੂੰ ਖੁਦਾ ਬਣਾਉਣਾ ਹੈ। ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਤੁਹਾਡੀ ਸ਼ਰੀਅਤ ਵਿੱਚ ਇਹ ਨਹੀਂ ਲਿਖਿਆ ਭਈ ਮੈਂ ਆਖਣਾ ਤੁਸੀਂ ਖੁਦਾ ਹੋ? ਜਦ ਉਸ ਉਹਨਾਂ ਨੂੰ ਜਿਨ੍ਹਾਂ ਨੂੰ ਖੁਦਾ ਦਾ ਕਲਾਮ ਆਇਆ ਖੁਦਾ ਆਖਿਆ, ਅਤੇ ਪਾਕ ਕਿਤਾਬ ਝੂਠੀ ਨਹੀਂ ਹੋ ਸਕਦੀ। ਜਿਹਨੂੰ ਬਾਪ ਨੇ ਮੁਕੱਦਸ ਕੀਤਾ ਅਤੇ ਦੁਨੀਆ ਵਿੱਚ ਘੱਲਿਆ, ਤੁਸੀਂ ਉਹਨੂੰ ਆਖਦੇ ਹੋ ਭਈ ਤੂੰ ਕੁਫਰ ਬਕਣਾ ਹੈ। ਜਦ ਮੈਂ ਆਖਿਆ ਭਈ ਮੈਂ ਖੁਦਾ ਦਾ ਪੁੱਤਰ ਹਾਂ, ਜੇ ਮੈਂ ਆਪਣੇ ਬਾਪ ਦੇ ਕੰਮ ਨਾ ਕਰਾਂ ਤਾਂ ਮੈਨੂੰ ਨਾ ਮੰਨੋ, ਪਰ ਜੇ ਮੈਂ ਕਰਨਾ ਤਦ ਮੈਨੂੰ ਭਾਵੇਂ ਨਾ ਹੀ ਮੰਨੋ, ਪਰ ਮੇਰੇ ਕੰਮਾਂ ਨੂੰ ਤੇ ਮੰਨੋ, ਤਾਂ ਜੋ ਤੁਸੀਂ ਜਾਣੋ ਅਤੇ ਸਮਝੋ ਭਈ ਬਾਪ ਮੇਰੇ ਵਿੱਚ ਹੈ ਅਤੇ ਮੈਂ ਬਾਪ ਵਿੱਚ। ਸੋ ਉਹ ਫੇਰ ਉਹਨੂੰ ਫੜਨ ਦਾ ਦਾਅ ਲਾਉਣ ਲੱਗੇ, ਅਤੇ ਉਹ ਉਹਨਾਂ ਦੇ ਹੱਥੋਂ ਨਿਕਲ ਗਿਆ। ਤਦ ਫੇਰ ਉਹ ਯਰਦਨੋਂ ਪਾਰ ਗਿਆ, ਜਿਹੜੇ ਥਾਂ ਯੂਹੰਨਾ ਪਹਿਲੇ ਬਪਤਿਸਮਾ ਦਿੰਦਾ ਹੁੰਦਾ ਸੀ, ਅਤੇ ਉੱਥੇ ਰਿਹਾ। ਅਤੇ ਬਹੁਤਿਆਂ ਉਹਦੇ ਕੋਲ ਆਣ ਕੇ ਆਖਿਆ, ਯੂਹੰਨਾ ਕੋਈ ਮੌਜਾ ਨਾ ਕੀਤਾ, ਪਰ ਜਿੰਨੀਆਂ ਗੱਲਾਂ ਯੂਹੰਨਾ ਉਹਦੇ ਹੱਕ ਵਿੱਚ ਆਖੀਆਂ ਸਾਰੀਆਂ ਸੱਚ ਨਿਕਲੀਆਂ, ਅਤੇ ਉਸ ਥਾਂ ਬਥੇਰੀਆਂ ਉਹਦੇ ਉੱਤੇ ਈਮਾਨ ਲਿਆਂਦਾ। ਆਮੀਨ।